एवरीवन वेलकम बैक टू माई चैनल BA ਸਮੈਸਟਰ 1 ਜੀਓਗ੍ਰਾਫੀ ਦੀ ਵੀਡੀਓ ਸੀਰੀਜ਼ ਦੇ ਵਿੱਚ ਅੱਜ ਆਪਾਂ ਕਵਰ ਕਰਾਂਗੇ ਲੈਪਲੇਸ ਥਿਊਰੀ ਅਤੇ ਬਿਗ ਬੈਂਗ ਥਿਊਰੀ। ਬਹੁਤ ਹੀ ਇੰਪੋਰਟੈਂਟ ਥਿਊਰੀਜ਼ ਨੇ। ਫਟਾਫਟ ਪਹਿਲਾਂ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਨਾਲ ਹੀ ਸਬਸਕ੍ਰਾਈਬ ਵੀ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ। ਤਾਂ ਲੈਪਲੇਸ ਜਿਹੜੀ ਥਿਊਰੀ ਹੈਗੀ ਹੈ ਉਹ ਧਰਤੀ ਦੀ ਓਰੀਜਨ ਦੇ ਲਈ, ਧਰਤੀ ਦੀ ਉਤਪੱਤੀ ਦੇ ਲਈ ਬਹੁਤ ਹੀ ਇੰਪੋਰਟੈਂਟ ਥਿਊਰੀ ਹੈ, ਕਿਉਂਕਿ ਧਰਤੀ ਦੀ ਉਤਪੱਤੀ ਨੂੰ ਸਮਝਣ ਲਈ ਬਹੁਤ ਹੀ ਜ਼ਿਆਦਾ ਪ੍ਰਾਚੀਨ ਕਾਲ ਤੋਂ ਜਿਹੜੇ ਹੈਗੇ ਵੱਖ-ਵੱਖ ਧਾਰਮਿਕ ਵਿਚਾਰ ਹੋਏ ਨੇ। ਤਾਂ ਬਹੁਤ ਹੀ ਜ਼ਿਆਦਾ ਰਿਲੀਜੀਅਸ ਥਿੰਕਰ ਹੋਏ ਨੇ। ਉਹਨਾਂ ਦੇ ਅਨੁਸਾਰ ਧਰਤੀ ਜਿਹੜੀ ਹੈਗੀ ਹੈ ਇੱਕ ਈਸ਼ਵਰ ਨੇ ਜਿਹੜੀ ਹੈਗੀ ਹੈ ਸਜੀ ਹੈ। ਤਾਂ ਧਰਤੀ ਦਾ ਨਿਰਮਾਣ ਜਿਹੜਾ ਹੈਗਾ ਕਹਿੰਦੇ ਈਸ਼ਵਰ ਨੇ ਕੀਤਾ। ਸੋ ਇਹ ਸਾਰੀਆਂ ਧਰਮਾਂ ਦੀਆਂ ਹੀ ਮਾਨਤਾਵਾਂ ਦੇ ਅਕੋਰਡਿੰਗ ਪਹਿਲਾਂ ਸਮਝਿਆ ਜਾਂਦਾ ਸੀ। ਲੇਕਿਨ ਜਦੋਂ ਸਾਇੰਸ ਆਈ ਤਾਂ ਸਾਇੰਸ ਦੇ ਵਿੱਚ ਜਿਹੜਾ ਹੈਗਾ ਆਧੁਨਿਕ ਯੁੱਗ 'ਚ ਇਸ ਥਿਊਰੀ ਨੂੰ ਮਾਨਤਾ ਪ੍ਰਾਪਤ ਨਹੀਂ ਹੋਈ ਕਿ ਵੀ ਹਾਂ ਇੱਕ ਈਸ਼ਵਰ ਨੇ ਧਰਤੀ ਨੂੰ ਕ੍ਰੀਏਟ ਕੀਤਾ ਹੈ ਨਾ। ਤਾਂ ਇਹ ਥਿਊਰੀ ਨੂੰ ਮਾਨਤਾ ਨਹੀਂ ਮਿਲੀ। ਉਸ ਤੋਂ ਬਾਅਦ ਵਿੱਚ ਵੱਖ-ਵੱਖ ਜਿਹੜੇ ਥਿੰਕਰਸ ਆਏ ਨੇ ਉਹਨਾਂ ਨੇ ਆਪਣੇ ਅਕੋਰਡਿੰਗ ਜਿਹੜੀ ਹੈ ਓਰੀਜਨ ਆਫ ਅਰਥ ਦੀ ਥਿਊਰੀ ਜਿਹੜੀ ਹੈ ਧਰਤੀ ਦੀ ਉਤਪੱਤੀ ਦੇਣੀ ਸਟਾਰਟ ਕਰਤੀ। 18ਵੀਂ ਸਦੀ ਦੇ ਵਿੱਚ ਸਭ ਤੋਂ ਪਹਿਲਾਂ ਸੌਰ ਪਰਿਵਾਰ ਦੀ ਉਤਪੱਤੀ ਨੂੰ ਸਮਝਣ ਲਈ ਬੱਫੇ ਨੇ ਜਿਹੜੀ ਸੀ ਆਪਣਾ ਸਿਧਾਂਤ ਪੇਸ਼ ਕਰਤਾ 1749 'ਚ। ਠੀਕ ਹੈ, ਤਾਂ ਸੌਰ ਊਰਜਾ ਯਾਨੀ ਕਿ ਸੌਰ ਪਰਿਵਾਰ ਯਾਨੀ ਕਿ ਸੂਰਜ ਪਰਿਵਾਰ। ਠੀਕ ਹੈ, ਤਾਂ ਇਸ ਦੀ ਉਤਪੱਤੀ ਸਮਝਣ ਲਈ ਬੱਫਨ ਜਿਹੜਾ ਕਿ ਫਰਾਂਸ ਦਾ ਰਹਿਣ ਵਾਲਾ ਸੀ ਉਸਨੇ ਆਪਣੀ ਪਹਿਲਾਂ ਥਿਊਰੀ ਦਿੱਤੀ। ਬੱਫਨ ਤੋਂ ਬਾਅਦ ਜਰਮਨ ਦਾ ਇੱਕ ਦਾਰਸ਼ਨਿਕ ਸੀਗਾ ਕਾਂਤ। ਉਸਨੇ 1955 'ਚ ਆਪਣੀ ਜਿਹੜੀ ਹੈਗੀ ਬੁੱਕ ਲਿਖੀ ਅ ਜਰਨਲ ਥਿਊਰੀ ਆਫ ਹੈਵਨਸ ਅਤੇ ਇੱਕ ਹੋਰ ਬੁੱਕ ਲਿਖੀ ਐਸੇ ਔਨ ਮਕੈਨੀਕਲ ਸਟਰਕਚਰ ਆਫ ਯੂਨੀਵਰਸ। ਤਾਂ ਇਸ ਦੇ ਵਿੱਚ ਜਿਹੜਾ ਸੀਗਾ ਇਸਨੇ ਪੂਰਨ ਵਿਕਸਿਤ ਵਿਚਾਰ ਜਿਹੜੇ ਸੀਗੇ ਧਰਤੀ ਦੀ ਉਤਪੱਤੀ ਦੇ ਪੇਸ਼ ਕੀਤੇ। ਉਸ ਤੋਂ ਬਾਅਦ ਵਿੱਚ ਕਾਂਤ ਦੀ ਕਲਪਨਾ ਜਿਹੜੀ ਸੀ ਉਹ ਗੁਰੂਤਾ ਸ਼ਕਤੀ ਦੇ ਉੱਤੇ ਆਧਾਰ ਸੀ। ਠੀਕ ਹੈ, ਕਿ ਗ੍ਰੈਵੀਟੇਸ਼ਨਲ ਫੋਰਸ ਹੁੰਦੀ ਹੈ ਧਰਤੀ ਦੀ। ਤਾਂ ਇਸਨੇ ਜਿਹੜੀ ਸੀ ਆਪਣੀ ਕਲਪਨਾ ਦੇ ਅਕੋਰਡਿੰਗ ਜਿਹੜਾ ਸੀ ਦੱਸਿਆ। ਹੁਣ ਕਾਂਤ ਤੋਂ ਬਾਅਦ 1796 ਵਿੱਚ ਪ੍ਰਸਿੱਧ ਜਿਹੜਾ ਥਿੰਕਰ ਸੀਗਾ, ਤਾਂ ਇੱਥੇ ਤੁਸੀਂ 1955 ਦੀ ਜਗ੍ਹਾ 'ਤੇ ਜਿਹੜਾ ਹੈ 1755 ਕਰ ਲਿਓ। ਠੀਕ ਹੈ, ਇਹ ਗਲਤ ਹੈ, ਇੱਥੇ 1755 ਕਰ ਲਿਓ। ਤਾਂ 1796 ਦੇ ਵਿੱਚ ਪ੍ਰਸਿੱਧ ਫਰਾਂਸੀਸੀ ਗਣਿਤ ਸ਼ਾਸਤਰੀ ਹੋਇਆ ਲੈਪਲੇਸ। ਤਾਂ ਉਸਨੇ ਆਪਣੀ ਜਿਹੜੀ ਹੈਗੀ ਹੈ ਥਿਊਰੀ ਦਿੱਤੀ ਜਿਸ ਨੂੰ ਨੈਬੂਲਰ ਥਿਊਰੀ, ਨਿਹਾਰਕਾ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ। ਪਹਿਲਾਂ ਬੱਫਨ ਨੇ 1749 'ਚ ਦਿੱਤੀ, ਫਿਰ ਕਾਂਤ ਨੇ 1755 'ਚ ਦਿੱਤੀ। ਠੀਕ ਹੈ, ਫਿਰ 1796 ਦੇ ਵਿੱਚ ਲੈਪਲੇਸ ਨੇ ਥਿਊਰੀ ਦਿੱਤੀ ਨਿਹਾਰਕਾ ਦੀ। ਠੀਕ ਹੈ, ਸੋ ਲੈਪਲੇਸ ਦਾ ਜਿਹੜਾ ਸਿਧਾਂਤ ਹੈ ਉਹ ਜ਼ਿਆਦਾ ਮੰਨਿਆ ਗਿਆ। ਤਾਂ ਉਸਨੇ ਆਪਣੀ ਪ੍ਰਸਿੱਧ ਬੁੱਕ ਲਿਖੀ ਐਕਸਪੋਜੀਸ਼ਨ ਆਫ ਦ ਵਰਲਡ ਸਿਸਟਮ। ਇਸ ਦੇ ਵਿੱਚ ਇਸਨੇ ਪਰਿਕਲਪਨਾ ਦੀਆਂ ਜਿਹੜੀਆਂ ਕਮੀਆਂ ਸੀ ਉਹ ਦੂਰ ਕੀਤੀਆਂ। ਲੈਪਲੇਸ ਨੇ ਕਾਂਤ ਦੇ ਵਾਂਗੂ ਗਤੀਹੀਨ ਪੁਰਾਣਕ ਪਦਾਰਥ ਨੂੰ ਧਰਤੀ ਦੀ ਉਤਪੱਤੀ ਦਾ ਸਰੋਤ ਨਹੀਂ ਮੰਨਿਆ। ਕਾਂਤ ਕਹਿੰਦਾ ਸੀ ਕਿ ਕੋਈ ਵੀ ਗਤੀਹੀਨ ਜਿਹੜੀ ਪੁਰਾਣਕ ਪਦਾਰਥ ਹੈ ਉਹ ਧਰਤੀ ਦਾ ਉਤਪੱਤੀ ਦਾ ਸਰੋਤ ਹੈ, ਲੇਕਿਨ ਲੈਪਲੇਸ ਨੇ ਕਿਹਾ ਵੀ ਇਹ ਇੱਦਾਂ ਨਹੀਂ ਹੁੰਦਾ। ਉਸ ਦੀ ਮਾਨਤਾ ਸੀ ਕਿ ਅੰਤਰਿਕਸ਼ ਦੇ ਵਿੱਚ, ਬ੍ਰਹਿਮੰਡ ਦੇ ਵਿੱਚ ਇੱਕ ਊਸ਼ਣ, ਠੀਕ ਹੈ, ਇੱਕ ਗਰਮ ਜਿਹੜੀ ਹੈ ਗੈਸਿਕ ਨਿਹਾਰਕਾ ਹੈ। ਠੀਕ ਹੈ, ਇੱਕ ਬਹੁਤ ਹੀ ਜ਼ਿਆਦਾ ਗਰਮ ਅਤੇ ਗੈਸ ਜਿਹੜੀ ਹੈਗੀ ਹੈ, ਗੈਸ ਦਾ ਗੋਲਾ ਜਿਹੜਾ ਹੈਗਾ ਉਹ ਨਿਹਾਰਕ ਹੈ। ਅਤੇ ਇਹ ਜਿਹੜੀ ਹੈਗੀ ਹੈ ਸ਼ਨੀ ਦਾ ਗ੍ਰਹਿ ਹੈ ਨਾ, ਜਿਵੇਂ ਸ਼ਨੀ ਗ੍ਰਹਿ, ਤਾਂ ਸ਼ਨੀ ਦੇ ਗ੍ਰਹਿ ਦੇ ਵਾਂਗੂ ਜਿਹੜਾ ਹੈਗਾ ਉਸ ਦੇ ਵਾਂਗੂ ਹੀ ਜਿਹੜੀ ਹੈਗੀ ਹੈ ਇਹ ਬ੍ਰਹਿਮੰਡ ਦੇ ਵਿੱਚ ਫੈਲੀ ਹੋਈ ਸੀ। ਨਿਹਾਰਿਕਾ ਦਾ ਵਿਆਸ ਯਾਨੀ ਕਿ ਨਿਹਾਰਿਕਾ ਜਿਹੜੀ ਸੀ ਉਸ ਦਾ ਏਰੀਆ ਕਿੰਨਾ ਸੀਗਾ, ਜਿੰਨਾ ਕਿ ਅੱਜ ਦੇ ਪੂਰੇ ਦੇ ਪੂਰੇ ਸੌਰ ਪਰਿਵਾਰ ਯਾਨੀ ਕਿ ਸੂਰਜ, ਜਿਵੇਂ ਦਾ ਸੂਰਜ ਦਾ ਪਰਿਵਾਰ ਹੈ, ਸੂਰਜ ਮੰਡਲ ਹੈ, ਉਹਦੇ ਵਾਂਗੂ ਨਿਹਾਰਿਕਾ ਦਾ ਵਿਆਸ ਸੀਗਾ। ਤੇ ਇਹ ਆਪਣੀ ਧੁਰੀ ਦੇ ਆਲੇ ਦੁਆਲੇ ਘੁੰਮ ਰਹੀ ਸੀ। ਠੀਕ ਹੈ, ਇੱਕ ਗੈਸ ਦਾ ਵੱਡਾ ਸਾਰਾ ਗੋਲਾ ਸੀ। ਗੁਰੂਤਾਕਰਸ਼ਣ ਦੇ ਕਰਕੇ ਇਹ ਨਿਹਾਰਿਕਾ ਜਿਹੜੀ ਹੈ ਸੁੰਗੜਨੀ ਸਟਾਰਟ ਹੋ ਗਈ ਅਤੇ ਸੁੰਗੜੀ ਹੋਈ ਨਿਹਾਰਿਕਾ ਦੀ ਜਿਹੜੀ ਘੂਰਨਣ ਸ਼ਕਤੀ ਹੈ, ਮਤਲਬ ਘੁੰਮਣ ਦੀ ਸ਼ਕਤੀ ਹੈ, ਠੀਕ ਹੈ, ਤਾਂ ਇਹ ਰੋਟੇਸ਼ਨ ਸ਼ਕਤੀ ਇਹਦੇ ਵਿੱਚ ਵਾਧਾ ਹੋ ਗਿਆ ਕਿਉਂਕਿ ਇਹ ਛੋਟੀ ਹੋ ਗਈ। ਤਾਂ ਇਸ ਕਰਕੇ ਇਹ ਅਪਕੰਦਰ ਵੀ ਇਸਦਾ ਜਿਹੜਾ ਸੀਗਾ ਵੱਧ ਗਿਆ। ਠੀਕ ਹੈ, ਇਹ ਕੇਂਦਰ ਦੇ ਵੱਲ ਵੀ ਵੱਧ ਗਈ। ਇਸ ਕਰਕੇ ਜਿਹੜਾ ਗੁਰੂਤਾਕਰਸ਼ਣ ਬਲ ਦੇ ਨਾਲ ਜਿਹੜਾ ਹੈ ਨਿਹਾਰਿਕਾ ਦੇ ਪਦਾਰਥ ਨੂੰ ਬਾਹਰ ਜਾਣ ਤੋਂ ਰੋਕਿਆ। ਤਾਂ ਇਸੇ ਕਰਕੇ ਦੋਨੋਂ ਸ਼ਕਤੀਆਂ ਜਿਹੜੀਆਂ ਨੇ ਬਰਾਬਰ ਹੋ ਗਈਆਂ। ਠੀਕ ਹੈ, ਇੱਕ ਪਾਸੇ ਤਾਂ ਗੁਰੂਤਾਕਰਸ਼ਣ ਬਲ ਹੈਗਾ, ਦੂਜੇ ਪਾਸੇ ਜਿਹੜੀ ਹੈਗੀ ਅਪਕੇਂਦਰ ਵਾਲੇ ਵਧੀ ਹੋਈ ਹੈ। ਤਾਂ ਇਸ ਤਰ੍ਹਾਂ ਦੋਨਾਂ ਨੇ ਨਿਹਾਰਿਕਾ ਦੇ ਜਿਹੜਾ ਵੀ ਇਹਦੇ ਅੰਦਰ ਪਦਾਰਥ ਹੋਇਆ ਉਸ ਨੂੰ ਭਾਰਹੀਣ ਬਣਾ ਦਿੱਤਾ। ਤੇਜ਼ ਗਤੀ ਦੇ ਕਰਕੇ ਘੁੰਮਣ ਕਰਕੇ ਜਿਹੜਾ ਹੈ ਇਹ ਪਦਾਰਥ ਬਾਹਰ ਵੱਲ ਵਿਸ਼ਵਤ ਰੇਖਾ ਦੇ ਨੇੜੇ ਜਮ੍ਹਾਂ ਹੋਣ ਲੱਗ ਗਿਆ ਅਤੇ ਅਪਕੇਂਦਰ ਬਲ ਦੇ ਕਰਕੇ, ਅਪਕੇਂਦਰ ਸ਼ਕਤੀ ਦੇ ਕਰਕੇ ਇਸ ਪਦਾਰਥ ਨੇ ਬਾਹਰ ਵੱਲ ਨੂੰ ਨਿਹਾਰਿਕਾ ਤੋਂ ਵੱਖ ਹੋਣਾ ਚਾਹਿਆ। ਪਰ ਜਿਹੜਾ ਹੈ ਨਿਹਾਰਿਕਾ ਵਿਸ਼ਵਤ ਰੇਖੀ ਭਾਗ ਦੇ ਵਿੱਚ ਜਿਹੜਾ ਹੈ ਮੌਜੂਦ ਪਦਾਰਥ ਦਾ ਭਾਰਹੀਣ ਹੋਣਾ ਸੁਭਾਵਿਕ ਸੀ। ਤਾਂ ਲੈਪਲੇਸ ਜਿਹੜਾ ਹੈ ਇਸ ਦੇ ਅਨੁਸਾਰ ਕਹਿ ਰਿਹਾ, ਕਹਿੰਦਾ ਇੱਕ ਭਾਰਹੀਣ ਪਦਾਰਥ ਜਿਹਦਾ ਕੋਈ ਭਾਰ ਨਹੀਂ ਹੈ ਅਤੇ ਇੱਕ ਰਿੰਗ ਦੇ ਰੂਪ ਦੇ ਵਿੱਚ ਨਿਹਾਰਿਕਾ ਤੋਂ ਅਲੱਗ ਹੋ ਗਿਆ ਅਤੇ ਆਪਣੇ ਸਥਾਨ 'ਤੇ ਪਰਿਭ੍ਰਮਣ ਕਰਨ ਲੱਗ ਗਿਆ। ਜਿਵੇਂ ਕਿ ਸ਼ਨੀ ਗ੍ਰਹਿ ਦੇ ਆਲੇ ਦੁਆਲੇ ਚੱਲੇ ਹੁੰਦੇ ਨੇ, ਉੱਦਾਂ ਹੀ ਨਿਹਾਰਿਕਾ ਜਿਹੜੀ ਹੈਗੀ ਹੈ ਇਸ ਤੋਂ ਅਲੱਗ ਹੋ ਗਈ ਅਤੇ ਬਾਕੀ ਦਾ ਨਿਹਾਰਿਕਾ ਜਿਹੜਾ ਸੀ ਸੁੰਗੜਦਾ ਗਿਆ ਅਤੇ ਫਿਰ ਜਿਹੜਾ ਹੈਗਾ ਇਹ ਕੀ ਬਣ ਗਿਆ, ਧਰਤੀ ਦਾ ਰੂਪ ਬਣ ਗਿਆ।
ਤਾਂ ਇਸ ਦੀ ਇਹ ਥਿਊਰੀ ਹੈਗੀ ਹੈ। ਤਾਂ ਨਿਹਾਰਿਕਾ ਦੇ ਸਿਧਾਂਤ ਵਿੱਚ ਇਹ ਦੇਖਦਾ ਕਿ ਨਿਹਾਰਿਕਾ ਕੇਵਲ ਦੂਰਬੀਨ ਦੀ ਮਦਦ ਦੇ ਨਾਲ ਹੀ ਦੇਖਿਆ ਜਾ ਸਕਦੀ ਹੈ ਅਤੇ ਚਮਕਦੀਆਂ ਗੈਸਾਂ ਦਾ ਇਕੱਠ ਹੁੰਦਾ ਹੈ। ਜਿੱਥੇ ਕਿਤੇ ਇਹਨਾਂ ਦੀ ਚਮਕ ਘੱਟ ਹੁੰਦੀ ਹੈ, ਇਹ ਧੁੰਦਲੀਆਂ ਜਿਹੀਆਂ ਦਿਖਾਈਆਂ ਦਿੰਦੀਆਂ ਨੇ, ਅਤੇ ਇਹ ਗਰਮ ਗੈਸਾਂ ਜਿਹੜੀਆਂ ਹੁੰਦੀਆਂ ਨੇ ਅਤੇ ਆਪਣੀਆਂ ਭੁਜਾਵਾਂ ਬਣਾ ਕੇ ਆਪਣੇ ਕੇਂਦਰ ਦੇ ਵੱਲ ਪਰਿਕਰਮਾ ਯਾਨੀ ਕਿ ਗਤੀ ਕਰਦੀਆਂ ਰਹਿੰਦੀਆਂ ਨੇ, ਘੁੰਮਦੀਆਂ ਰਹਿੰਦੀਆਂ ਨੇ, ਅਤੇ ਦੇਖਣ ਤੋਂ ਤਾਂ ਇਹ ਤਾਰਾ ਸਮੂਹ ਲੱਗਦੀਆਂ ਨੇ, ਪਰ ਅਸਲ ਦੇ ਵਿੱਚ ਇਹ ਤਾਰਾ ਸਮੂਹ ਨਹੀਂ ਹੁੰਦੀਆਂ ਅਤੇ ਇਹਨਾਂ ਦਾ ਪ੍ਰਕਾਸ਼ ਦੂਰ ਦੂਰ ਤੱਕ ਫੈਲਿਆ ਹੁੰਦਾ। ਤਾਂ ਇਹ ਇਹਦੀ ਨੈਬੂਲਾ ਦੀ ਥਿਊਰੀ ਦਾ ਸਿਧਾਂਤ ਸੀ। ਹੁਣ ਲੈਪਲੇਸ ਦੀ ਥਿਊਰੀ ਜਿਹੜੀ ਹੈ, ਨਿਹਾਰਿਕਾ ਦਾ ਸਿਧਾਂਤ ਜਿਹੜਾ ਹੈਗਾ, ਨੈਬੂਲਾ ਦਾ ਸਿਧਾਂਤ ਜਿਹੜਾ ਹੈਗਾ, ਤਾਂ ਲੈਪਲੇਸ ਦੇ ਸਿਧਾਂਤ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਲੈਪਲੇਸ ਦਾ ਸਿਧਾਂਤ ਗ੍ਰਹਿਾਂ ਇਸ ਦੇ ਅਨੁਸਾਰ ਗ੍ਰਹਿਾਂ ਦਾ ਆਪੋ ਆਪਣੀ ਧੁਰੀ ਦੇ ਦੁਆਲੇ ਘੁੰਮਣਾ, ਮਤਲਬ ਕਿ ਗ੍ਰਹਿ ਜਿਹੜੇ ਨੇ ਆਪਣੇ ਧੁਰੇ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਨੇ, ਠੀਕ ਹੈ। ਆਪਣਾ ਧੁਰਾ ਇਹਦੇ ਆਲੇ ਦੁਆਲੇ ਜਿਹੜੇ ਹੈਗੇ ਨੇ ਇੱਥੇ ਘੁੰਮਦੇ ਰਹਿੰਦੇ ਨੇ, ਠੀਕ ਹੈ। ਅਤੇ ਨਿਹਾਰਿਕਾ ਦੇ ਘੁੰਮਣ ਦੇ ਕਰਕੇ ਜਿਹੜਾ ਹੁਣ ਜਿਵੇਂ ਸ਼ਨੀ ਗ੍ਰਹਿ ਹੈ, ਉਸ ਦੇ ਆਲੇ ਦੁਆਲੇ ਕੀ ਨੇ, ਛੱਲੇ ਨੇ, ਠੀਕ ਹੈ। ਤਾਂ ਇਹਦੇ ਆਲੇ ਦੁਆਲੇ ਕੀ ਨੇ, ਸ਼ਨੀ ਗ੍ਰਹਿ ਦੇ ਛੱਲੇ ਨੇ, ਰਿੰਗ ਹੈ। ਤਾਂ ਇਸ ਕਰਕੇ ਕਹਿੰਦਾ ਨਿਹਾਰਿਕਾ ਦੇ ਘੁੰਮਣ ਨਾਲ ਜਿਹੜੇ ਵੀ ਛੱਲੇ ਦਾ ਜਨਮ ਹੋਇਆ ਉਹ ਗਤੀਸ਼ੀਲ ਸੀ, ਤੇ ਇਹ ਛੱਲਾ ਬਾਅਦ ਦੇ ਵਿੱਚ ਗ੍ਰਹਿ ਬਣ ਗਿਆ। ਸੂਰਜ ਦੇ ਸਾਰੇ ਹੀ ਗ੍ਰਹਿ ਲਗਭਗ ਇੱਕੋ ਤਲ ਦੇ ਵਿੱਚ ਗਤੀਸ਼ੀਲ ਹੁੰਦੇ ਨੇ, ਅਤੇ ਲੈਪਲੇਸ ਦੀ ਥਿਊਰੀ ਦੇ ਅਨੁਸਾਰ ਇਹ ਗ੍ਰਹਿ ਇੱਕ ਹੀ ਛੱਲੇ ਤੋਂ ਬਣੇ ਹੋਣ ਕਰਕੇ ਤਲ ਦੇ ਵਿੱਚ ਗਤੀਸ਼ੀਲ ਰਹਿੰਦੇ, ਮਤਲਬ ਇਹ ਗਤੀਸ਼ੀਲ ਰਹਿੰਦੇ ਨੇ, ਅਤੇ ਸਾਰੇ ਗ੍ਰਹਿਾਂ ਦੀ ਰਚਨਾ ਜਿਹੜੀ ਹੈ ਇੱਕ ਹੀ ਤੱਤਾਂ ਤੋਂ ਹੋਈ ਹੈ, ਅਤੇ ਲੈਪਲੇਸ ਜਿਹੜਾ ਹੈ ਇੱਕੋ ਹੀ ਤੱਤਾਂ ਦੇ ਹੋਣ ਦਾ ਸਿਧਾਂਤ ਦਾ ਪੁਸ਼ਟੀ ਕਰਦਾ ਵੀ ਜਿੰਨੇ ਵੀ ਸੂਰਜ ਪਰਿਵਾਰ 'ਚ ਗ੍ਰਹਿ ਹੋਏ ਨੇ ਸਾਰੇ ਇੱਕੋ ਹੀ ਤੋਂ ਜਿਹੜੇ ਨੇ ਰਚਿਤ ਹੋਏ ਨੇ। ਤੇ ਸ਼ੁਰੂਆਤ ਵਿੱਚ ਨਿਹਾਰਿਕਾ ਦਾ ਆਕਾਰ ਬਹੁਤ ਵੱਡਾ ਸੀ, ਫਿਰ ਹੌਲੀ ਹੌਲੀ ਜਿਹੜਾ ਹੈ ਇਸ ਤੋਂ ਵੱਡੇ ਵੱਡੇ ਛੱਲੇ ਨਿਕਲਦੇ ਗਏ ਅਤੇ ਇਹ ਸੁੰਗੜਦਾ ਗਿਆ, ਛੱਲਿਆਂ ਦਾ ਆਕਾਰ ਵੀ ਘਟਦਾ ਗਿਆ। ਨਿਹਾਰਿਕਾ ਤੋਂ ਛੱਲੇ ਨਿਕਲਣ ਵਾਲਾ ਤੱਥ ਤਾਂ ਠੀਕ ਜਾਪਦਾ ਹੈ, ਕਿਉਂਕਿ ਅੱਜ ਵੀ ਸ਼ਨੀ ਗ੍ਰਹਿ ਦੇ ਦੁਆਲੇ ਇੱਕ ਹੀ ਨਹੀਂ ਸਗੋਂ ਕਾਫੀ ਸਾਰੇ ਛੱਲੇ ਮੰਨੇ ਜਾਂਦੇ ਆ। ਆਪਾਂ ਨੂੰ ਦਿਖਦਾ ਇੱਕ ਹੈ, ਪਰ ਲੇਕਿਨ ਸਾਇੰਟਿਸਟ ਕਹਿੰਦੇ ਨੇ ਕਿ ਇਸ ਦੇ ਆਲੇ ਦੁਆਲੇ ਸ਼ਨੀ ਗ੍ਰਹਿ ਦੇ ਬਹੁਤ ਸਾਰੇ ਛੱਲੇ ਹੈ। ਕਹਿੰਦਾ ਤਾਂ ਹੀ ਜਿਹੜਾ ਹੈ ਧਰਤੀ ਦੀ ਉਤਪਤੀ ਵੀ ਐਵੇਂ ਦੇ ਤੋਂ ਹੀ ਹੋਈ ਹੈ। ਪਰਿਕਲਪਨਾ ਅਨੁਸਾਰ, ਹੁਣ ਕਿਉਂਕਿ ਹਾਈਪੋਥੇਸਿਸ ਹੀ ਕਰ ਰਹੇ ਨੇ ਨਾ, ਇੱਕ ਐਜ਼ਿਊਮ ਹੀ ਕਰ ਰਿਹਾ, ਪੱਕਾ ਤਾਂ ਪਤਾ ਕਿਸੇ ਨੂੰ ਨਹੀਂ। ਤਾਂ ਪਰਿਕਲਪਨਾ ਦੇ ਅਨੁਸਾਰ ਨਿਹਾਰਿਕਾ ਗਰਮ ਗੈਸਾਂ ਦਾ ਇੱਕ ਗੋਲਾ ਸੀ, ਅਤੇ ਬਾਅਦ ਦੇ ਵਿੱਚ ਜਿਹੜਾ ਬਾਕੀ ਬਚਿਆ ਭਾਗ ਸੀ ਉਹ ਸੂਰਜ ਦਾ ਰੂਪ ਧਾਰਨ ਕਰ ਲਿਆ। ਸੂਰਜ ਅੱਜ ਵੀ ਗੈਸੀ ਹੈ ਅਤੇ ਬਹੁਤ ਹੀ ਗਰਮ ਅਵਸਥਾ 'ਚ ਘੁੰਮ ਰਿਹਾ। ਤਾਂ ਕਹਿੰਦੇ ਪਹਿਲਾਂ ਜਿਹੜਾ ਨਿਹਾਰਿਕਾ ਦਾ ਸਿਧਾਂਤ ਦੇ ਵਿੱਚ ਇਸਨੇ ਕਿਹਾ ਕਿ ਜਿਹੜਾ ਨੈਬੂਲਾ ਸੀ ਪਹਿਲਾਂ ਬਹੁਤ ਗਰਮ ਸੀ, ਹੌਲੀ ਹੌਲੀ ਜਿਹੜਾ ਹੈਗਾ ਇਹਦੇ ਵਿੱਚੋਂ ਛੱਲੇ ਨਿਕਲ ਆਏ ਅਤੇ ਸੁੰਗੜਦਾ ਗਿਆ, ਅਤੇ ਫਿਰ ਛੱਲੇ ਅੱਡ ਹੋ ਗਏ, ਤਾਂ ਕਰਕੇ ਜਿਹੜਾ ਹੈ ਧਰਤੀ ਦੇ ਆਲੇ ਦੁਆਲੇ ਛੱਲੇ ਨਹੀਂ ਹੈ, ਲੇਕਿਨ ਬਹੁਤ ਸਾਰੇ ਗ੍ਰਹਿਾਂ ਦੇ ਆਲੇ ਦੁਆਲੇ ਛੱਲੇ ਨੇ, ਜਦਕਿ ਜਿਵੇਂ ਕਿ ਇਹ ਕਹਿ ਰਿਹਾ ਕਿ ਸ਼ਨੀ ਦੇ ਆਲੇ ਦੁਆਲੇ ਵੀ ਬਹੁਤ ਸਾਰੇ ਛੱਲੇ ਹਨ। ਵਰਤਮਾਨ ਕਾਲ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਅਨੇਕ ਨਿਹਾਰਿਕਾਵਾਂ ਮਿਲਦੀਆਂ ਨੇ, ਅਤੇ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਚਮਕਦਾਰ ਹੁੰਦੇ ਨੇ, ਜਿਵੇਂ ਹੁਣੇ ਦੱਸ ਕੇ ਹਟੀਆਂ ਕਿ ਗਰਮ ਗੈਸਾਂ ਦੇ ਬਣੇ ਹੁੰਦੇ ਆ, ਕਈਆਂ ਦੇ ਵਿੱਚ ਚਮਕ ਘੱਟ ਹੁੰਦੀ ਹੈ, ਕਈਆਂ 'ਚ ਚਮਕ ਬਹੁਤ ਜ਼ਿਆਦਾ ਹੁੰਦੀ ਹੈ। ਹੁਣ ਜਿਹੜਾ ਹੈ ਇਸ ਦਾ ਡਿਸਐਡਵਾਂਟੇਜ ਪੜਾਂਗੇ ਲੈਪਲੇਸ ਥਿਊਰੀ ਦਾ। ਲੈਪਲੇਸ ਥਿਊਰੀ ਜਿਹੜੀ ਹੈਗੀ ਹੈ, ਲੈਪਲੇਸ ਦੀ ਬੁੱਕ ਦੇ ਅਨੁਸਾਰ ਗ੍ਰਹਿਾਂ ਅਤੇ ਸੂਰਜ ਦੀ ਭੂਮਧ ਰੇਖਾ ਧੁਰੀ ਸਮਾਨ ਅੰਤਰ ਹੋਣੀ ਚਾਹੀਦੀ ਹੈ, ਪਰ ਅਜਿਹਾ ਨਹੀਂ ਹੈ। ਦੋਹਾਂ ਦੀ ਧੁਰੀ ਵਿੱਚ 6 ਡਿਗਰੀ ਦਾ ਕੋਣ ਮਿਲਦਾ ਹੈ। ਪਰਿਕਰਮਾ ਦੀ ਗਤੀ ਵੱਧ ਜਾਣ ਤੇ ਕੋਣਿਕ ਸੰਵੇਗ ਇੰਨਾ ਨਹੀਂ ਬਦਲ ਸਕਦਾ ਜਿੰਨਾ ਕਿ ਨਿਹਾਰਿਕਾ ਦੇ ਤਲ ਤੋਂ ਗੋਲਾਕਾਰ ਲੜੀਆਂ ਦੇ ਛੱਲਿਆਂ ਤੋਂ ਵੱਖ ਹੋ ਜਾਵੇ, ਮਤਲਬ ਇੰਨੀ ਜ਼ਿਆਦਾ ਗਤੀ ਤੇਜ਼ ਨਹੀਂ ਹੁੰਦੀ ਕਿ ਛੱਲੇ ਅਲੱਗ ਹੋ ਜਾਣ। ਤਾਂ ਲੈਪਲੇਸ ਦੀ ਥਿਊਰੀ ਦਾ ਕ੍ਰਿਟਿਸਿਜ਼ਮ ਵੀ ਕੀਤਾ ਗਿਆ। ਜੇਕਰ ਅਸੀਂ ਮੰਨ ਲੈਂਦੇ ਹਾਂ ਕਿ ਜਿਹੜਾ ਪਹਿਲਾ ਸੂਰਜ ਸੀਗਾ ਉਹ ਨਿਹਾਰਿਕਾ ਸੀ, ਵੀ ਪਹਿਲਾਂ ਸਟਾਰਟਿੰਗ 'ਚ ਜਿਹੜਾ ਆਦਿ ਸੂਰਜ ਮਤਲਬ ਸਭ ਤੋਂ ਪਹਿਲਾ ਸੂਰਜ ਸੀ ਉਹ ਨਿਹਾਰਿਕਾ ਸੀ, ਤੇ ਉਸਦੇ ਤਲ ਤੋਂ ਹੀ ਜਿਹੜਾ ਸੀ ਨਿਹਾਰਿਕਾਂ ਦੀ ਉਤਪਤੀ ਹੋਣੀ ਚਾਹੀਦੀ ਸੀ, ਨਾ ਕਿ 9 ਗ੍ਰਹਿਾਂ ਦੀ, ਠੀਕ ਹੈ। ਸੋ ਇਹ ਚੀਜ਼ ਵੀ ਗਲਤ, ਇਹ ਕਹਿ ਰਹੇ ਨੇ ਕਿ ਹਾਂ ਲੈਪਲੇਸ ਦੀ ਥਿਊਰੀ ਗਲਤ ਹੈ। ਫਿਰ ਉਸ ਤੋਂ ਬਾਅਦ 'ਚ ਜੇ ਧਰਤੀ ਦੀ ਉਤਪਤੀ ਇੱਕ ਗਰਮ ਨਿਹਾਰਿਕਾ ਤੋਂ ਹੋਈ ਹੈ ਤਾਂ ਇਸਦਾ ਅੰਦਰੂਨੀ ਭਾਗ ਤਾਂ ਤਰਲ ਹੋਣਾ ਚਾਹੀਦਾ ਸੀ, ਪਰ ਇਹ ਤਾਂ ਬਹੁਤ ਹੀ ਜ਼ਿਆਦਾ ਠੋਸ ਲੋਹੇ ਦਾ ਬਣਿਆ ਹੋਇਆ। ਲੈਪਲੇਸ ਦੀ ਕਲਪਨਾ ਕਹਿ ਰਹੀ ਹੈ ਕਿ ਨਿਹਾਰਿਕਾ ਦੀ ਹੋਂਦ ਲੱਖਾਂ ਸਾਲਾਂ ਤੱਕ ਬਣੀ ਰਹੀ, ਪਰ ਜਿਹੜੇ ਵੀ ਭੌਤਿਕ ਵਿਗਿਆਨੀ ਹੋਏ ਨੇ ਉਹ ਕਹਿੰਦੇ ਵੀ ਇੰਨੇ ਲੰਬੇ ਤੱਕ ਜਿਹੜਾ ਹੈ ਨਿਹਾਰਿਕਾ ਆਕਾਸ਼ ਦੇ ਵਿੱਚ ਟਿਕ ਨਹੀਂ ਸੀ ਸਕਦੀ। ਲੈਪਲੇਸ ਅਨੁਸਾਰ ਛੱਲਿਆਂ ਦਾ ਨਿਰਮਾਣ ਰੁਕ ਰੁਕ ਕੇ ਹੋਇਆ, ਪਰ ਐਸਾ ਕੁਝ ਨਹੀਂ ਹੈ, ਛੱਲਿਆਂ ਦਾ ਨਿਰਮਾਣ ਲਗਾਤਾਰ ਹੁੰਦਾ ਹੋਣਾ ਚਾਹੀਦਾ ਹੈਗਾ। ਨਿਹਾਰਿਕਾ ਤੇ ਜਦੋਂ ਮੋਟੇ-ਮੋਟੇ ਛੱਲੇ ਵੱਖ ਹੋ ਗਏ ਤਾਂ ਉਸਦੇ ਨਾਲ ਪਤਲੇ ਛੱਲੇ ਵੀ ਤਾਂ ਅਲੱਗ ਹੋਣੇ ਚਾਹੀਦੇ ਸੀ। ਜੇ ਮੋਟੇ ਛੱਲੇ ਅਲੱਗ ਹੋ ਗਏ ਤਾਂ ਪਤਲੇ ਵਾਲੇ ਜਲਦੀ ਅਲੱਗ ਹੋਣੇ ਚਾਹੀਦੇ ਸੀ। ਤਾਂ ਸੂਰਜ ਪਰਿਵਾਰ ਦੇ ਸਾਰੇ ਗ੍ਰਹਿ ਸ਼ਨੀ ਵਾਂਗੂ ਛੱਲੇਦਾਰ ਕਿਉਂ ਨਹੀਂ ਹੈਗੇ, ਇਸ ਦਾ ਕੋਈ ਵੀ ਉੱਤਰ ਲੈਪਲੇਸ ਕੋਲੇ ਨਹੀਂ ਸੀਗਾ। ਲੈਪਲੇਸ ਦੀ ਪਰਿਕਲਪਨਾ ਵਿੱਚ ਨਿਹਾਰਿਕਾ ਦੇ ਘੁੰਮਣ ਦਾ ਕਾਰਨ ਕੋਈ ਵੀ ਨਹੀਂ ਦੱਸਿਆ ਗਿਆ ਕਿ ਨਿਹਾਰਿਕਾ ਘੁੰਮ ਕਿਉਂ ਰਹੀ ਆ, ਤਾਂ ਇਸ ਕਰਕੇ ਵੀ ਜਿਹੜਾ ਹੈ ਇਸ ਦਾ ਕ੍ਰਿਟਿਸਿਜ਼ਮ ਕੀਤਾ ਗਿਆ। ਲੈਪਲੇਸ ਦੀ ਪਰਿਕਲਪਨਾ ਗੁਣਾਤਮਕ ਪੱਖੋਂ ਨਿਰਮਲ ਹੈ। ਸੂਰਜ ਪਰਿਵਾਰ ਦੇ ਮੈਂਬਰਾਂ ਦਾ ਢੰਗ, ਦੂਰੀ, ਗਤੀ ਦੇ ਵਰਤਮਾਨ ਨਤੀਜਿਆਂ ਨੂੰ ਦੇਖ ਕੇ ਸਿੱਧ ਕੀਤਾ ਜਾ ਸਕਦਾ ਹੈ ਕਿ ਨਿਹਾਰਿਕਾ ਦਾ ਕੋਣਿਕ ਮਤਲਬ ਜਿਹੜੇ ਐਂਗਲ ਦੇ ਵਿੱਚ ਘੁੰਮ ਰਿਹਾ ਸੀ, ਸੰਵੇਗ ਇੰਨਾ ਨਹੀਂ ਸੀ ਤਦ ਕਿ ਉਹਦੇ ਵਿੱਚੋਂ ਇੱਕ ਛੱਲਾ ਵੱਖ ਹੋ ਸਕੇ। ਸੋ ਇਸ ਕਰਕੇ ਜਿਹੜਾ ਹੈਗਾ ਲੈਪਲੇਸ ਦੀ ਜਿਹੜੀ ਥਿਊਰੀ ਹੈਗੀ ਆ ਉਹ ਨਿਰਮੂਲ ਹੋ ਜਾਂਦੀ ਹੈ, ਠੀਕ ਹੈ। ਸੋ ਇਹ ਸੀ ਅੱਜ ਦਾ ਵੀਡੀਓ, ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ। ਧੰਨਵਾਦ।